ਕੁਛ ਕੁ ਦਿਨ ਪਹਿਲਾਂ ਇੱਕ ਪਰਸਨਲ ਮੈਸੇਜ ਕਰਕੇ ਪੁੱਛਿਆ ਸੀ ਅਤੇ ਮੈਂ ਪਰਸਨਲ ਜਵਾਬ ਨਹੀਂ ਦਿੱਤਾ ਹੈ ਕਿ ਤੁਸੀਂ ਪੁਰਾਣੀਆਂ ਰਿਕਾਰਡਿੰਗਾਂ ਸੁਣ ਹੀ ਰਹੇ ਹੋ, ਉਹਦੇ ਵਿੱਚ ਜਵਾਬ ਮਿਲ ਹੀ ਜਾਵੇਗਾ ਨਾ। ਪਰ ਥੱਲੇ ਫਿਰ ਉਂਗਲੀ ਦਾ ਇਸ਼ਾਰਾ ਕਰਕੇ ਕਿਹਾ ਹੈ ਵੀ ਮੈਨੂੰ ਉੱਤਰ ਨਹੀਂ ਦਿੱਤਾ ਹੈ। ਆਦਮੀ ਨੂੰ ਆਪਣਾ ਪ੍ਰਸ਼ਨ ਜ਼ਿਆਦਾ ਮਹੱਤਵਪੂਰਨ ਲੱਗਦਾ ਹੈ, ਇਸੇ ਕਾਰਨ ਹੀ ਉਹ ਉੱਤਰ ਸੁਣਦਾ ਨਹੀਂ ਹੈ ਜੋ ਸਮੂਹਿਕ ਤਲ 'ਤੇ ਦਿੱਤੇ ਜਾਂਦੇ ਆ। ਅਤੇ ਪਹਿਲਾਂ ਤੁਸੀਂ ਜੋ ਇਹ ਲਿਖਿਆ ਹੈ ਉਹ ਸੁਣੋ। ਲਿਖਿਆ ਹੈ ਵੀ 84 ਲੱਖ ਜੂਨੀਆਂ ਅਤੇ ਕੁੰਡਲਨੀ ਬਾਰੇ ਚਾਨਣਾ ਪਾਓ। ਸੰਤ ਹਰਪਾਲ ਸਿੰਘ ਜੀ, ਕੀ ਚੱਕਰਾਂ ਨੂੰ ਜਗਾਉਣ ਅਤੇ ਕੁੰਡਲੀ ਜਗਾਉਣ ਤੋਂ ਬਿਨਾਂ ਪਰਮਾਤਮਾ ਨੂੰ ਪਾਉਣਾ ਮੁਸ਼ਕਲ ਹੈ? ਜੇਕਰ ਨਹੀਂ ਤਾਂ ਇਹਨਾਂ ਦੀ ਕੀ ਉਪਯੋਗਤਾ ਜਾਂ ਲੋੜ ਹੈ? ਇਹਨਾਂ ਦੀ ਉਪਯੋਗਤਾ ਤੁਹਾਡੀ ਮੂੜਤਾ ਨੂੰ ਖਤਮ ਕਰਨ ਵਾਸਤੇ ਹੈ। ਬੇਸਮਝੀ ਨੂੰ ਕਹਿ ਲਓ, ਅਗਿਆਨਤਾ ਨੂੰ ਖਤਮ ਕਰਨ ਵਾਸਤੇ ਜ਼ਰੂਰੀ ਹੈ। ਅਗਿਆਨਤਾ ਹੈ ਹਨੇਰੇ ਦੀ ਤਰ੍ਹਾਂ, ਤਾਂ ਹਨੇਰੇ ਦੇ ਵਿੱਚ ਅਗਰ ਸਾਹਮਣੇ ਵੀ ਦਰਵਾਜ਼ਾ ਖੁੱਲ੍ਹਾ ਹੋਵੇ ਨਾ ਅਤੇ ਆਦਮੀ ਨੂੰ ਦਿਖਦਾ ਨਹੀਂ ਹੈ, ਕਿਉਂਕਿ ਹਨੇਰਾ ਹੈ ਨਾ। ਅਗਿਆਨ ਹਨੇਰ ਵਿਨਾਸ਼, ਅਗਿਆਨਤਾ ਦਾ ਹਨੇਰਾ। ਜਿਵੇਂ ਇੱਕ ਪੁਰਾਣੀ ਘਟਨਾ ਸੁਣਾਉਂਦੇ ਹਨ ਅਕਸਰ ਵੀ ਇੱਕ ਰਾਜ ਮਹਿਲ ਦੇ ਵਿੱਚ ਅੰਨਾ ਆਦਮੀ ਰਹਿ ਗਿਆ। ਇੱਕ ਤਾਂ ਰਾਤ ਦਾ ਹਨੇਰਾ ਸੀ, ਦੂਸਰੇ ਸਾਰੇ ਹੀ ਦਰਵਾਜ਼ੇ ਬੰਦ ਸਨ, ਪਰ ਇੱਕ ਦਰਵਾਜ਼ਾ ਖੁੱਲ੍ਹਾ ਸੀ ਜੋ ਮੇਨ ਸੀ, ਅਤੇ ਉਹਦੇ ਬਾਹਰ ਸੰਤਰੀ ਖੜ੍ਹਾ ਸੀ। ਪਰ ਉਹ ਅੰਨਾ ਆਦਮੀ ਆਪਣੀ ਡੰਗੋਰੀ ਦੇ ਨਾਲ ਦਰਵਾਜ਼ਿਆਂ ਨੂੰ ਟੋਲਦਾ ਹੈ, ਟਟੋਲਦਾ ਹੈ ਅਤੇ ਘੁੰਮਦਾ ਰਹਿੰਦਾ ਹੈ। ਪਰ ਜਦੋਂ ਕਹਿੰਦੇ ਖੁੱਲ੍ਹੇ ਦਰਵਾਜ਼ੇ ਕੋਲ ਆਉਂਦਾ ਹੈ, ਉਦੋਂ ਉਹ ਡੰਗੋਰੇ ਨਾਲ ਆਪਣੇ ਪਿੱਛੇ ਲੱਕ ਦੇ ਵਿੱਚ ਖਾਰਸ ਕਰਨੀ ਸ਼ੁਰੂ ਕਰ ਦਿੰਦਾ ਹੈ, ਜਾਂ ਇੱਧਰ ਉੱਧਰ ਕਰ ਲੈਂਦਾ ਹੈ ਡੰਗੋਰੀ ਨੂੰ। ਉਹ ਫਿਰ ਛੁੱਟ ਜਾਂਦਾ ਹੈ ਦਰਵਾਜ਼ਾ। ਇੱਦਾਂ ਉਹ ਘੁੰਮ ਰਿਹਾ ਹੈ 84 ਦੇ ਗੇੜੇ ਦੇ ਵਿੱਚ। ਇੱਦਾਂ ਹੀ ਸਾਰੇ ਘੁੰਮ ਰਹੇ ਆ। ਖੁੱਲ੍ਹੇ ਦਰਵਾਜ਼ੇ ਤੁਹਾਨੂੰ ਵੀ ਬਹੁਤ ਵਾਰਾਂ ਪਿੱਛੇ ਮਿਲੇ ਹਨ, ਹਰ ਇੱਕ ਨੂੰ ਮਿਲਦੇ ਹਨ। ਉਹਨੂੰ ਹੀ ਗੁਰੂ ਦੁਆਰਾ ਕਿਹਾ ਹੈ। ਸਤਿਗੁਰੂ ਆਉਂਦੇ ਹਨ, ਉਹ ਦਰਵਾਜ਼ਾ ਖੋਲ੍ਹਦੇ ਹਨ, ਪਰ ਦਰਵਾਜ਼ਾ ਦਿਖਦਾ ਨਹੀਂ ਹੈ। ਪਹਿਲੀ ਤਾਂ ਗੱਲ ਇਹ ਹੈ। ਦੂਸਰੀ ਗੱਲ ਇਹ ਹੈ ਵੀ ਜਦੋਂ ਦਰਵਾਜ਼ਾ ਲਾਗੇ ਆਉਂਦਾ ਹੈ ਨਾ, ਤਾਂ ਉਦੋਂ ਮਨ ਕਿਤੇ ਨਾ ਕਿਤੇ ਹੋਰ ਉਲਝ ਜਾਂਦਾ ਹੈ, ਜਾਂ ਉਹਨੂੰ ਭਰੋਸਾ ਹੀ ਨਹੀਂ ਆਉਂਦਾ ਹੈ ਵੀ ਖੁੱਲ੍ਹਾ ਹੈ ਕਿ ਨਹੀਂ, ਕਿਉਂਕਿ ਦਿਖਦਾ ਤਾਂ ਹੈ ਨਹੀਂ। ਅਤੇ ਇਸੇ ਕਾਰਨ ਹੀ ਜ਼ਿਆਦਾਤਰ ਲੋਕ ਭਟਕਦੇ ਹਨ, ਪਰ ਭਟਕਣਾ ਵੀ ਜ਼ਰੂਰੀ ਹੈ। ਹੋਰ ਦਰਵਾਜ਼ਿਆਂ 'ਤੇ ਭਟਕ ਕੇ ਆਦਮੀ ਨੂੰ ਪਤਾ ਲੱਗਦਾ ਹੈ ਵਾਸਤਵਿਕ ਦਰਵਾਜ਼ੇ ਦਾ। ਆਪਣੇ ਘਰ ਆਉਣ ਵਾਸਤੇ ਵੀ ਕਹਿੰਦੇ ਹਨ ਨਾ 1000 ਦਰਵਾਜ਼ੇ ਆਦਮੀ ਨੂੰ ਖੜਕਾਉਣੇ ਪੈਂਦੇ ਆ। ਤੋਂ ਖੜਕਾ ਕੇ, ਟਟੋਲ ਕੇ, ਭਟਕ ਕੇ ਆਦਮੀ ਫਿਰ ਮੁੜਦਾ ਹੈ।
ਤਾਂ ਉਹ ਜਿਹੜੇ 1000 ਦਰਵਾਜ਼ੇ ਭਟਕਾਉਂਦੇ ਹਨ ਉਹਦੇ ਨਾਲ ਅਗਿਆਨਤਾ ਸਮਾਪਤ ਹੁੰਦੀ ਹੈ। ਗਿਆਨ ਨਹੀਂ ਹੁੰਦਾ ਹੈ, ਅਗਿਆਨਤਾ ਮਿਟਦੀ ਹੈ। ਅਤੇ ਜ਼ਰੂਰੀ ਹੈ, ਇਹੋ ਹੀ ਉਪਯੋਗਤਾ ਹੈ। ਇਹ ਵੀ ਗੱਲ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ, ਜ਼ਰੂਰੀ। ਜਿਵੇਂ ਸੰਸਾਰ ਦੇ ਵਿੱਚ ਭਟਕ ਭਟਕ ਕੇ ਆਦਮੀ ਜਾਣਦਾ ਹੈ ਵੀ ਸੰਸਾਰ ਵਿਅਰਥ ਹੈ, ਉਹ ਵੀ ਸਮਝਦਾਰ। ਬੇਸਮਝ ਨਹੀਂ, ਬੇਸਮਝ ਤੇ ਭਟਕਦੇ ਹੀ ਰਹਿੰਦੇ ਹਨ। ਜਿਹੜਾ ਸਮਝਦਾਰ ਹੈ ਭਟਕ ਕੇ ਜਾਣਦਾ ਹੈ ਨਾ। ਅਗਰ ਬਿਨਾਂ ਭਟਕੇ ਕੋਈ ਜਾਣ ਲਵੇ, ਪਰ ਐਸਾ ਹੁੰਦਾ ਨਹੀਂ। ਅਨੁਭਵ ਦੇ ਨਾਲ ਹੀ ਗਿਆਨ ਹੁੰਦਾ ਹੈ। ਜਿਵੇਂ ਅਕਸਰ ਤੁਸੀਂ ਦੇਖਿਆ ਹੈ ਵੀ ਬਜ਼ੁਰਗ ਸਮਝਾਉਂਦੇ ਰਹਿੰਦੇ ਹਨ ਨੌਜਵਾਨਾਂ ਨੂੰ ਵੀ ਤੁਸੀਂ ਆਹ ਕੰਮ ਨਾ ਕਰਿਓ, ਇੱਦਾਂ ਨਾ ਕਰਿਓ, ਮੋਹ ਪਿਆਰ ਦੇ ਚੱਕਰਾਂ 'ਚ ਨਾ ਪਿਓ, ਵਿਆਹ ਨਾ ਕਰਵਾਇਓ, ਬਹੁਤ ਔਖੇ ਹੋਵੋਗੇ। ਪਰ ਇੰਨਾ ਸੁਣਨ ਦੇ ਬਾਵਜੂਦ ਵੀ ਨੌਜਵਾਨ ਜਾਂਦੇ ਹਨ ਉਸ ਰਸਤੇ, ਕਿਉਂਕਿ ਸਿਰਫ ਸੁਣ ਕੇ ਅਨੁਭਵ ਥੋੜ੍ਹੀ ਹੋ ਜਾਂਦਾ ਹੈ। ਉਹ ਸੋਚਦੇ ਹਨ ਵੀ ਇਹਨਾਂ ਨੂੰ ਜੀਣਾ ਨਹੀਂ ਆਇਆ ਹੈ। ਇਹ ਜਿਹੜੇ ਕਹਿ ਰਹੇ ਹਨ ਅਸੀਂ ਜੀ ਕੇ ਦਿਖਾ ਲਾਂਗੇ ਚੰਗੀ ਤਰ੍ਹਾਂ, ਅਸੀਂ ਖੁਸ਼ ਰਹਾਂਗੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਜੀਣ ਦਾ। ਹਰ ਇੱਕ ਇੱਦਾਂ ਸੋਚਦਾ ਹੈ। ਜੇ ਕੋਈ ਸਮਝਾਵੇ ਨਾ, ਨਹੀਂ ਇਹਨੂੰ ਪਤਾ ਹੀ ਨਹੀਂ ਹੈ, ਜੀਣਾ ਹੀ ਨਹੀਂ ਆਇਆ ਇਹਨੂੰ ਸੰਸਾਰ 'ਚ, ਅਸੀਂ ਜੀ ਕੇ ਦਿਖਾ ਲਾਂਗੇ ਕਿਵੇਂ ਜੀਦਾ। ਅਤੇ ਆਦਮੀ ਜਾਂਦਾ ਹੈ, ਫਿਰ ਭਟਕ ਭਟਕ ਕੇ ਜਾਣਦਾ ਹੈ ਵੀ ਵਾਸਤਵਿਕ ਜੋ ਕਹਿ ਰਹੇ ਸਨ ਵੀ ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਸੰਤਾਪ ਹੀ ਸੰਤਾਪ, ਠੀਕ ਹੀ ਕਹਿ ਰਹੇ ਸਨ। ਪਹਿਲਾਂ ਥੋੜ੍ਹੀ ਗੱਲ ਸਮਝ ਵਿੱਚ ਆ ਜਾਂਦੀ ਹੈ। ਅਤੇ ਨਾਲ ਭਟਕ ਕੇ ਗਿਆਨ ਹੋਇਆ ਨਾ। ਅਸਾਰ ਦਾ, ਅਸਤ ਦਾ ਵੀ ਗਿਆਨ ਜਿਹੜਾ ਹੈ ਨਾ, ਉਹ ਭਟਕ ਕੇ ਹੁੰਦਾ ਹੈ। ਅਸਤ ਅਸਤ ਹੈ, ਅਸਾਰ ਅਸਾਰ ਹੈ। ਅਤੇ ਦੁੱਖਾਂ ਵਿੱਚ ਪੈ ਕੇ ਹੀ, ਇਹ ਸੰਸਾਰ ਵਿੱਚ ਉਲਝ ਕੇ ਹੀ ਪਤਾ ਲੱਗਦਾ ਹੈ ਸੰਸਾਰ ਉਲਝਣ ਹੈ, ਭਟਕਣ ਹੈ। ਅਤੇ ਜਿਹਨੂੰ ਪਤਾ ਲੱਗ ਜਾਂਦਾ ਹੈ ਸੰਸਾਰ 'ਚ ਭਟਕ ਭਟਕ ਕੇ ਵੀ ਵਾਸਤਵਿਕ ਦੇ ਵਿੱਚ ਇਹ ਉਲਝਣਾ ਹੈ, ਇੱਥੇ ਭਟਕਣ ਹੀ ਭਟਕਣਾ ਹੈ, ਕੁਛ ਮਿਲਦਾ ਨਹੀਂ ਹੈ। ਮਿਲਣ ਦਾ ਆਸ਼ਵਾਸਨ ਮਿਲਦਾ ਹੈ ਵੀ ਸੁੱਖ ਮਿਲ ਜੂਗਾ, ਮਿਲ ਜੂਗਾ, ਮਿਲਦਾ ਨਹੀਂ ਹੈ। ਸਗੋਂ ਦੁੱਖ ਵੱਧਦੇ ਜਾਂਦੇ, ਪਰੇਸ਼ਾਨੀਆਂ ਵੱਧਦੀ ਜਾਂਦੀਆਂ। ਫਿਰ ਆਦਮੀ ਨੂੰ ਪਤਾ ਲੱਗਦਾ ਹੈ ਭਟਕ ਕੇ। ਫਿਰ ਸੰਸਾਰ ਵੱਲੋਂ ਉਪਰਾਮ ਹੁੰਦਾ ਹੈ, ਬੇਮੁਖ ਹੋ ਜਾਂਦਾ ਹੈ ਸੰਸਾਰ ਵੱਲੋਂ ਕਹਿ ਲਓ, ਅਤੇ ਪਰਮਾਤਮਾ ਵੱਲ ਉਨਮੁਖ ਹੁੰਦਾ ਹੈ, ਗੁਰਮੁਖ ਹੋ ਜਾਂਦਾ ਹੈ ਕਹਿ ਲਓ। ਅਤੇ ਫਿਰ ਅਧਿਆਤਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਅਤੇ ਫਿਰ ਆਦਮੀ ਇੱਧਰ ਵੀ ਵੈਸੇ ਹੀ ਯਤਨ ਕਰਦਾ ਹੈ ਜੈਸੇ ਸੰਸਾਰ ਵਿੱਚ ਕਰਦਾ ਹੈ। ਵੀ ਜਿਵੇਂ ਸੰਸਾਰ ਦੇ ਵਿੱਚ ਬਿਨਾਂ ਕੀਤਿਆਂ ਕੁਛ ਮਿਲਦਾ ਨਹੀਂ ਹੈ, ਇੱਦਾਂ ਹੀ ਉਹਨੂੰ ਇਹ ਖਿਆਲ ਬਣਿਆ ਰਹਿੰਦਾ ਹੈ ਵੀ ਅਗਰ ਕੁਛ ਵੀ ਨਾ ਕਰਾਂਗੇ, ਕੋਈ ਸਾਧਨਾ, ਜਪ ਤਪ, ਕੋਈ ਤਪੱਸਰਿਆ, ਕੋਈ ਯੋਗ, ਅਤੇ ਉਹਨਾਂ ਚਿਰ ਕਿਵੇਂ ਉਪਲਬਧੀ ਹੋਊਗੀ। ਤੋ ਫਿਰ ਇਹਨਾਂ ਕਰਮਾਂ ਵੱਲ, ਧਾਰਮਿਕ ਕਰਮਾਂ ਵੱਲ ਚੱਲ ਪੈਂਦਾ ਹੈ। ਅਤੇ ਬਹੁਤ ਸਾਰੇ ਲੋਕ ਤਾਂ ਧਾਰਮਿਕ ਕਰਮ ਕਰ ਰਹੇ ਹਨ ਸੰਸਾਰ ਵਾਸਤੇ ਹੀ, ਉਹ ਤਾਂ ਸੰਸਾਰੀ ਹਨ, ਉਹਨਾਂ ਦਾ ਜੇ ਜੀਅ ਨਹੀਂ ਭਰਿਆ ਸੰਸਾਰ ਤੋਂ। ਉਹ ਤਾਂ ਜ਼ਿਆਦਾ ਮੂੜ ਹਨ। ਖਿਆਲ ਵਿੱਚ ਰੱਖਿਓ, ਇੱਕ ਤਾਂ ਸੰਸਾਰੀ ਹੈ ਨਾ ਜਿਹਨੂੰ ਪਤਾ ਹੀ ਨਹੀਂ ਹੈ, ਉਹਦਾ ਇੱਕੋ ਹੀ ਲਕਸ਼ ਹੈ ਸੰਸਾਰ ਦੇ ਵਿੱਚ ਜੀਣਾ। ਦੂਸਰਾ ਇੱਕ ਹੈ ਵੀ ਜਿਹਨੂੰ ਧਾਰਮਿਕ ਰੁਚੀ ਪੈਦਾ ਹੋ ਗਈ ਹੈ, ਤੋ ਫਿਰ ਧਾਰਮਿਕ ਕਰਮ ਕਾਂਡ ਕਰਦਾ ਹੈ ਸੰਸਾਰ ਵਾਸਤੇ, ਉਹ ਜ਼ਿਆਦਾ ਵੱਡਾ ਮੂੜ ਹੈ, ਬੇਸਮਝ ਹੈ।
ਤੋਂ ਨੁਕਸਾਨ ਵੀ ਜ਼ਿਆਦਾ ਕਰਦਾ ਹੈ। ਸਤਿਪੁਰਖਾਂ ਦੇ ਉਪਦੇਸ਼ਾਂ ਨੂੰ ਵਰਤਦਾ ਹੈ ਸੰਸਾਰ ਵਾਸਤੇ, ਕਿਉਂਕਿ ਰੁਚੀ ਸੰਸਾਰ ਦੀ ਹੈ ਨਾ, ਇਸ ਕਰਕੇ ਉਹ ਜ਼ਿਆਦਾ ਗੁਨਾਹਗਾਰ ਹੈ। ਅਤੇ ਜਿਹੜੇ ਵਰਤ ਰਹੇ ਹਨ ਧਰਮ ਨੂੰ ਸੰਸਾਰ ਵਾਸਤੇ, ਧਾਰਮਿਕ ਕਰਮ ਕਾਂਡ ਕਰ ਰਹੇ ਹਨ, ਉਹ ਤਾਂ ਬਿਲਕੁਲ ਹੀ ਪਾਖੰਡ ਹੈ। ਉਹ ਤਾਂ ਸੰਸਾਰ ਵਾਸਤੇ ਹੀ ਵਰਤ ਰਹੇ ਹਨ। ਫਿਰ ਕੁਛ ਕੁ ਹਨ ਬਹੁਤ ਥੋੜ੍ਹੇ, ਫਿਰ ਉਹ ਵੀ ਕੁਛ ਕਰਨ ਦੇ ਵਿੱਚ ਉਤਰਦੇ ਹਨ। ਕੋਈ ਜਪ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਸਾਧਨਾ ਕਰਦਾ, ਕੋਈ ਧਿਆਨ ਕਰਦਾ, ਕੋਈ ਵਿਪੱਸਨਾ ਕਰਦਾ। ਅਤੇ ਕਰਨ ਬਾਰੇ ਸਤਿਪੁਰਖਾਂ ਨੇ ਕਿਹਾ ਵੀ ਹੈ ਬਹੁਤ ਵਾਰਾਂ, ਮੈਂ ਵੀ ਬਹੁਤ ਵਾਰਾਂ ਕਿਹਾ ਹੈ, ਕਰੋ ਕੁਛ, ਕਿਉਂਕਿ ਕਰ ਕਰਕੇ ਹੀ ਫਿਰ ਪਤਾ ਲੱਗਦਾ ਹੈ, ਅਨੁਭਵ ਹੁੰਦਾ ਹੈ ਵੀ ਕਰ ਕਰਕੇ ਨਹੀਂ ਮਿਲਦਾ ਹੈ ਪਰਮਾਤਮਾ। ਕਰ ਕਰਕੇ ਅਗਿਆਨਤਾ ਮਿਟਦੀ ਹੈ ਅਤੇ ਗਿਆਨ ਹੁੰਦਾ ਹੈ। ਹੁਣ ਜਿਹੜੇ ਦਰਵਾਜ਼ੇ ਦੇਖ ਲਏ ਵੀ ਇਹ ਬੰਦ ਹਨ, ਪਤਾ ਲੱਗ ਗਿਆ, ਉੱਥੇ ਜਾ ਕੇ ਹੀ ਪਤਾ ਲੱਗੂਗਾ ਨਾ ਦਰਵਾਜ਼ੇ ਕੋਲ ਬੰਦ ਹੈ। ਇੱਦਾਂ ਹੀ ਆਦਮੀ ਬੰਦ ਦਰਵਾਜ਼ਿਆਂ 'ਤੇ ਪਹਿਲਾਂ ਦਸਤਕ ਦਿੰਦਾ ਹੈ, ਭਾਵ ਕਿ ਇਹ ਕਰ ਕਰਕੇ ਦੇਖਦਾ ਹੈ ਸਭ ਕੁਛ। ਫਿਰ ਜਿਵੇਂ ਇਹਨੇ ਲਿਖਿਆ ਹੈ ਵੀ ਕੁੰਡਲਨੀ ਜਗਾਉਂਦਾ ਹੈ। ਫਿਰ ਕਈ ਕੁੰਡਲੀਆਂ ਜਗਾਉਂਦੇ, ਚੱਕਰ ਸਕਰੀਏ ਕਰਦੇ। ਹੁਣ ਇਹਨਾਂ ਨੂੰ ਇਹ ਪੁੱਛੇ ਵੀ ਤੁਹਾਡਾ ਧਿਆਨ ਇਹ ਕੁੰਡਲਨੀ ਦੁਆਰਾ ਬਾਹਰ ਭਟਕਿਆ ਹੈ। ਭਟਕਿਆ ਕਿਵੇਂ ਹੈ ਧਿਆਨ ਬਾਹਰ? ਖਿਆਲ ਵਿੱਚ ਲਓ। ਲਿਖਿਆ ਹੈ ਨਾ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਕਰਕੇ ਲਿਵ ਬਾਹਰ ਜੁੜ ਗਈ ਨਾ, ਵਾਸ਼ਨਾ ਕਰਕੇ, ਚਾਹਤ ਕਰਕੇ ਬਾਹਰ ਲਿਵ ਜੁੜੀ ਹੈ ਨਾ, ਅਤੇ ਉਹ ਵਾਸ਼ਨਾ ਨਹੀਂ ਛੱਡਣੀ ਹੈ। ਵਾਸ਼ਨਾ ਕਿਸੇ ਕੋਲ ਵੀ ਨਹੀਂ ਛੁੱਟਦੀ ਹੈ, ਚਾਹਤਾਂ ਨਹੀਂ ਛੁੱਟਦੀਆਂ ਹਨ, ਕਿਉਂਕਿ ਉਹ ਛੱਡ ਦਿੱਤਾ ਅਤੇ ਮਨ ਛੁੱਟ ਗਿਆ। ਮਨ ਜੀਣਾ ਚਾਹੁੰਦਾ ਹੈ ਨਾ, ਫਿਰ ਮਨ ਆਲੇ ਦੁਆਲੇ ਵਿਧੀਆਂ ਲੱਭਦਾ ਹੈ ਵੀ ਕੁੰਡਲਨੀ ਜਗਾਉਣਾ ਹੈ। ਹੁਣ ਤੁਸੀਂ ਦੇਖੋ, ਜਿਨ੍ਹਾਂ ਨੇ ਪਹਿਲਾਂ ਵਿਧੀਆਂ ਇਜਾਦ ਕੀਤੀਆਂ ਸਨ, ਗੋਰਖਨਾਥ ਦਾ ਗੁਰੂ ਮਛੰਦਰ ਨਾਥ, ਅਤੇ ਉਹਨੇ ਇਹਨਾਂ ਸਾਰੀਆਂ ਵਿਧੀਆਂ ਦਾ ਉਪਯੋਗ ਕੀਤਾ ਹੋਵੇਗਾ, ਤਾਂ ਹੀ ਮਨ ਥਿਰ ਹੋਇਆ ਨਾ। ਪਰ ਅੰਦਰੋਂ ਵਾਸ਼ਨਾ ਨਹੀਂ ਗਈ, ਅਤੇ ਵਾਸ਼ਨਾ ਕਰਕੇ ਕਹਿੰਦੇ ਮਛੰਦਰ ਨਾਥ ਫਿਰ ਭਟਕ ਗਿਆ, ਰਾਜ ਮਹਿਲ 'ਚ ਪਹੁੰਚ ਗਿਆ। ਅਤੇ ਮਛੰਦਰ ਨਾਥ ਇਕੱਲਾ ਨਹੀਂ ਭਟਕਿਆ ਹੈ, ਬਹੁਤ ਲੋਕ ਭਟਕ ਰਹੇ ਹਨ ਸਾਧਕ, ਸਦੀਆਂ ਤੋਂ ਹੀ। ਬਹੁਤ ਜਪ ਤਪ ਕਰਦੇ, ਬਹੁਤ ਮਿਹਨਤਾਂ ਕਰਦੇ, ਪਰ ਵਾਸ਼ਨਾ ਨਹੀਂ ਛੱਡਦੇ, ਕਿਉਂਕਿ ਵਾਸ਼ਨਾ ਛੱਡਣੀ ਬੜੀ ਕਠਿਨ ਹੈ। ਜਿਵੇਂ ਲਿਖਿਆ ਵੀ ਹੈ ਨਾ, ਵੀ ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਕਹਿੰਦੇ ਕੋਈ ਕਰੋੜਾਂ 'ਚੋਂ ਇੱਕ ਹੋਵੇਗਾ ਜਿਹਦੀਆਂ ਇੰਦਰੀਆਂ ਪੰਜਾਂ ਦੋਸ਼ਾਂ ਤੋਂ ਰਹਿਤ ਹੋਣਗੀਆਂ। ਪੰਚ ਦੋਖ ਅਸਾਧ ਜਹ ਮੇ ਤਾਕੀ ਕੇਤਕਾਸ। ਰਵਿਦਾਸ ਜੀ ਕਹਿੰਦੇ ਹਨ, ਪੰਜ ਦੋਸ਼, ਇਹ
ਪੰਜਾਂ ਇੰਦਰੀਆਂ ਦੇ, ਇਹਨਾਂ ਤੋਂ ਰਹਿਤ ਹੋਣਾ ਬਹੁਤ ਕਠਿਨ ਹੈ। ਇਹਨਾਂ ਤੋਂ ਰਹਿਤ ਹੋ ਗਿਆ ਤਾਂ ਸੰਸਾਰ ਤੋਂ ਰਹਿਤ ਹੋ ਗਿਆ, ਸੰਸਾਰ ਤੋਂ ਛੁੱਟ ਗਿਆ। ਸੰਸਾਰ ਤੋਂ ਤੁਸੀਂ ਛੁੱਟਣਾ ਨਹੀਂ ਚਾਹੁੰਦੇ ਹੋ, ਕਿਉਂਕਿ ਸੰਸਾਰ ਵਾਸਤਵਿਕ ਲੱਗਦਾ ਹੈ। ਅਤੇ ਝੂਠ ਓਨਾ ਚਿਰ ਨਹੀਂ ਲੱਗੇਗਾ ਜਿੰਨਾ ਚਿਰ ਇਹਨੂੰ ਜਾਣੋਗੇ ਨਹੀਂ ਤੁਸੀਂ। ਹੁਣ ਜਿਨ੍ਹਾਂ ਨੇ ਕਿਹਾ ਸੀ ਜਗ ਰਚਨਾ ਸਭ ਝੂਠ ਹੈ, ਉਹਨਾਂ ਨੇ 26 ਸਾਲ 27 ਸਾਲ ਭੋਰੇ 'ਚ ਰਹਿ ਕੇ ਕਿਹਾ ਸੀ ਸੰਸਾਰ ਝੂਠ ਹੈ। ਸੰਸਾਰ ਤੋਂ ਮੁਕਤ ਹੋ ਕੇ ਜਾਣਿਆ ਸੀ ਇਹ ਦੁੱਖ ਰੂਪ ਹੈ, ਜੰਗਲਾਂ 'ਚ ਭਟਕ ਭਟਕ ਕੇ। ਪਰ ਤੁਸੀਂ ਇੱਦਾਂ ਸੰਸਾਰ ਦੇ ਵਿੱਚ ਰਹਿੰਦਿਆਂ, ਲਗਾਵ ਦੇ ਵਿੱਚ ਰਹਿੰਦਿਆਂ ਹੋਇਆਂ ਥੋੜ੍ਹੀ ਜਾਣ ਲਓਗੇ ਸੰਸਾਰ ਝੂਠ। ਸੁਣ ਲਵੋਗੇ ਫਿਰ ਦੂਸਰਿਆਂ ਨੂੰ ਕਹਿਣਾ ਸ਼ੁਰੂ ਕਰ ਦੇਵੋਗੇ। ਇਹ ਗਿਆਨ ਥੋੜ੍ਹੀ ਹੈ। ਅਤੇ ਗਿਆਨ ਭਟਕ ਭਟਕ ਕੇ ਹੁੰਦਾ ਹੈ। ਅਗਿਆਨਤਾ ਦਾ ਵਿਨਾਸ਼ ਹੁੰਦਾ ਹੈ ਭਟਕ ਕੇ। ਅਤੇ ਭਟਕਣ ਵਾਸਤੇ ਸਾਰੀਆਂ ਸਾਧਨਾਵਾਂ ਹਨ। ਇਹਨਾਂ ਦੀ ਇਹੋ ਹੀ ਉਪਯੋਗਤਾ ਹੈ। ਜਿਵੇਂ ਗੌਤਮ ਬੁੱਧ ਨੂੰ ਸੰਸਾਰ ਵਿਅਰਥ ਹੋ ਗਿਆ, ਪਹਿਲਾਂ ਛੱਡ ਦਿੱਤਾ, ਫਿਰ ਬਹੁਤ ਸਾਧਨਾ ਕੀਤੀ, ਬਹੁਤ ਜ਼ਿਆਦਾ ਯੋਗ ਅਤੇ ਅਭਿਆਸ ਕੀਤਾ। ਫਿਰ ਉਹ ਵੀ ਕਰ ਕਰਕੇ ਪਤਾ ਲੱਗਾ ਵੀ ਇਹ ਵੀ ਵਿਅਰਥ ਹੈ। ਫਿਰ ਉਹ ਵੀ ਛੁੱਟ ਗਿਆ, ਤਾਂ ਹੀ ਮਿਲਿਆ ਨਾ। ਅਤੇ ਉਹ ਕਰ ਕਰਕੇ ਹੀ ਛੁੱਟਦਾ ਹੈ, ਬਿਨਾਂ ਕੀਤੇ ਨਹੀਂ ਛੁੱਟਦਾ ਹੈ। ਇਸ ਕਰਕੇ ਇਹਨਾਂ ਦੀ ਉਪਯੋਗਤਾ ਹੈ। ਜਿੰਨੀਆਂ ਵੀ ਸਾਧਨਾਵਾਂ ਹਨ, ਜੋ ਕਿਸੇ ਵੀ ਢੰਗ ਨਾਲ ਕਰ ਰਿਹਾ ਹੈ, ਉਹਦੀ ਇਹੋ ਹੀ ਉਪਯੋਗਤਾ ਹੈ ਵੀ ਉਹਨੂੰ ਕਰਕੇ ਦੇਖ ਲਓ। ਤੁਸੀਂ ਵੀ ਕਰੋ, ਕਰ ਕਰਕੇ ਹੀ ਪਤਾ ਲੱਗੂਗਾ।